महला पहला। नानक निरभउ निरंकार, होर केते राम रवाल। केतियां कन कहानियां, केते भेद विचार। केते नचै मंगते, गिड़ मुड़ पूरे ताल। बाजारी बाजार में, आए कडें बाजार। गावें राजे रानियां, बोलें आल पताल। लख टकियां के मुंदड़े, लख टकियां के हार। जित तन पाइए नानका, से तन होमै छार। ज्ञान न गल्ली ढूंढिए, कथना करड़ा सार। कर्म मिले तां पाइए, होर हिकमत हुक्म खुआर। पौड़ी नदर करें जे अपनी, तां नदरी सतगुर पाया। एह जियो बहुते जन्म भरमिया, तां सतगुर शब्द सुनाया। सतगुर जेवड़ दाता को नहीं, सब सुण्यो लोक सवाया। सतगुर मिले सच पाया, जिन्नी विचों आप गवाया। जिन सच्चो सच बुझाया। वाहिगुरु जी का खालसा, वाहिगुरु जी की फतेह। गुरु सवारी साध संगत, आओ चौथे श्लोक का ये अगला हिस्सा जो है, इसकी विचार आरंभ करिए। महला पहला। नानक निरभउ निरंकार। नानक जी फरमाते हैं, एक निरंकार है जो निरभउ है, जिन्हों किसी का कोई डर। होर केते राम रवाल। होर कितने ही श्री रामचंद्र जी वर्गे अवतार हैं। रवाल दे अखरी अर्थ ने धूड़ वर्गे, भाव तुच्छ। क्योंकि श्री रामचंद्र जी नूं भी पैदा करने वाले उही। ये ठीक है कि जेड़े श्री रामचंद्र जी दे महान कारजां नूं देख के शरधा दे नाल भगवान कहते हैं। साडा भाव उन्हां दी भावना नूं ठेस पहुँचाउणा नहीं, पर गुरबाणी ने निर्णय कीता है कि जितने अवतारी पुरुष हैं, जिन्हां कोल परमात्मा की कुछ ना कुछ कला है, कुछ ना कुछ कणी है, उन्हां नूं दिती हुई समर्था है। क्योंकि समय समय परमात्मा इस संसार के सुधार लई, इनू सवारन लई अपनियां शक्तियां दे के अवतार पुरुषां नूं भेजदा। पर जिवें पिता पिता है, पुत्र पुत्र। पर जे असीं पिता की जगह पुत्र नूं दे दईए, ये गल शोभदी नहीं। गल इन्नी है, मेरे पातशाह कहंदे ने, निरभउता एक अकाल पुरख। नानक निरभउ निरंकार, होर केते राम रवाल। कोई आंदा 10 अवतार ने, कोई आंदा 24 अवतार ने। असीं इस गेड़े विच नहीं पैंदे, असीं इस झेड़े विच नहीं पैंदे कि किन्ने हन। पर मनना तो यह है कि वो परमात्मा एक है, जिसने सारी सृष्टि पैदा की। उस एक तो बिना बाकी उसकी रचना के अंदर
ਹੋਰ ਕੀਤੇ ਰਾਮ ਰਵਾਲ। ਰਵਾਲ ਸ਼ਬਦ ਧੂੜ ਲਈ ਵੀ ਵਰਤਿਆ ਜਾਂਦਾ, ਤੁੱਛ ਲਈ ਵੀ ਵਰਤਿਆ ਜਾਂਦਾ। ਜਿਨ੍ਹਾਂ ਦੀ ਜਿਸ ਪ੍ਰਤੀ ਜੋ ਸ਼ਰਧਾ ਹੈ, ਮੁਬਾਰਕ ਹੈ, ਅਸੀਂ ਵੀ ਉਹਨਾਂ ਦਾ ਆਦਰ ਕਰਦੇ ਹਾਂ। ਪਰ ਗੁਰਬਾਣੀ ਨੇ ਜੋ ਗਿਆਨ ਬਖਸ਼ਿਆ ਉਹਦੇ ਤੋਂ ਅੱਖਾਂ ਨਹੀਂ ਮਿਟੀਆਂ ਜਾ ਸਕਦੀ। ਜਿਹੜਾ ਵੀ ਮਾਈ ਭਾਈ ਸ਼ਰਧਾ ਦੇ ਨਾਲ ਇਸ ਗੱਲ ਨੂੰ ਸੁਣੇਗਾ, ਸਮਝੇਗਾ, ਉਹਨੂੰ ਪਤਾ ਲੱਗ ਜਾਏਗਾ ਕਿ ਗੁਰਬਾਣੀ ਦਾ ਆਸ਼ਾ ਕਿਸੇ ਅਵਤਾਰੀ ਪੁਰਸ਼ ਦੀ ਸ਼ਾਨ ਵਿੱਚ ਕੋਈ ਤੋਹੀਨ ਕਰਨਾ ਨਹੀਂ, ਇਹ ਦੱਸਣਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ। ਉਸ ਨਿਰੰਕਾਰ ਦੇ ਪੈਦਾ ਕੀਤੇ ਹੋਏ ਹੋਰ ਕਿਤਨੇ ਹੀ ਸ਼੍ਰੀ ਰਾਮਚੰਦਰ ਜੀ ਆਦਿਕ ਅਵਤਾਰੀ ਪੁਰਸ਼ ਹਨ। ਕੀਤੀਆਂ ਕੰਨ ਕਹਾਣੀਆਂ, ਕੀਤੇ ਭੇਦ ਵਿਚਾਰ। ਕੀਤੀਆਂ ਹੀ ਕਿਤਨੀਆਂ ਹੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀਆਂ ਕਹਾਣੀਆਂ ਹਨ। ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ। ਜੋ ਉਹਨਾਂ ਨੇ ਕੌਤਕ ਕੀਤੇ, ਜੋ ਉਹਨਾਂ ਨੇ ਕੰਮ ਕੀਤੇ, ਜੋ ਪਰਉਪਕਾਰ ਦੇ ਕਾਰਜ ਕੀਤੇ, ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਕਿ ਉਹਨਾਂ ਨੇ ਕੰਸ ਵਰਗੇ, ਭਾਵੇਂ ਰਿਸ਼ਤੇ ਵਿੱਚੋਂ ਮਾਮਾ ਲੱਗਦਾ ਸੀ ਪਰ ਉਹ ਜ਼ਾਲਮ ਸੀ, ਜਿਸ ਨੇ ਆਪਣੇ ਪਿਤਾ ਉਗਰਸੈਨ ਨੂੰ ਰਾਜ ਤੋਂ ਲਾਹ ਕੇ ਜੇਲ੍ਹ ਵਿੱਚ ਡੱਕ ਦਿੱਤਾ ਤੇ ਆਪ ਰਾਜਾ ਬਣ ਗਏ। ਮੇਰਾ ਮਤਲਬ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ, ਸ਼੍ਰੀ ਰਾਮਚੰਦਰ ਜੀ ਦੇ ਜੀਵਨ ਨਾਲ ਕਿਤਨੀਆਂ ਕਹਾਣੀਆਂ, ਵਾਰਤਾਵਾਂ ਜੁੜੀਆਂ ਹੋਈਆਂ ਹਨ। ਕੀਤੇ ਵੇਦ ਵਿਚਾਰ, ਤੇ ਕਿਤਨੇ ਹੀ ਵੇਦਾਂ ਦੇ ਵਿਚਾਰ ਹਨ। ਉਹਨਾਂ ਕਹਾਣੀਆਂ ਦਾ ਵਰਣਨ ਬੜੇ ਵਿਸਥਾਰ ਨਾਲ ਕੀਤਾ ਜਾਂਦਾ। ਕੀਤੇ ਨੱਚੈ ਮੰਗਤੇ, ਗਿੜਮੁੜ ਪੂਰੈ ਤਾਲ। ਅਸੀਂ ਰਾਮਲੀਲਾ ਦੇਖਦੇ ਹਾਂ। ਜੇ ਕਦੇ ਬ੍ਰਿੰਦਾਵਨ ਚਲੇ ਜਾਓ, ਮਥੁਰਾ ਚਲੇ ਜਾਓ, ਗੋਕਲ ਚਲੇ ਜਾਓ, ਉੱਥੇ ਸ਼੍ਰੀ ਕ੍ਰਿਸ਼ਨ ਜੀ ਦੀ ਰਾਸ ਲੀਲਾ ਦੇਖਦੇ ਤੇ ਉਹ ਰਾਸ ਪਾਉਣ ਵਾਲੇ ਜਿਹੜੇ ਨੇ ਹੁੰਦੇ ਤੇ ਆਮ ਬੰਦੇ ਹੀ ਨੇ, ਤੇ ਉਹਨਾਂ ਦਾ ਇੱਕ ਪ੍ਰੋਫੈਸ਼ਨ ਹੁੰਦਾ ਕਿ ਜੇ ਅਸੀਂ ਇਹ ਰਾਸ ਪਾਵਾਂਗੇ ਤੇ ਲੋਕ ਸਾਨੂੰ ਕੁਝ ਦੇਣਗੇ। ਭਾਵ ਅੰਦਰਲੀ ਭਾਵਨਾ ਉਹਨਾਂ ਦੀ ਮੰਗਤਿਆਂ ਵਾਲੀ। ਕੀਤੇ ਨੱਚੈ ਮੰਗਤੇ, ਗਿੜ ਮੁੜ ਪੂਰੈ ਤਾਲ। ਉਹ ਕਈ ਤਰ੍ਹਾਂ ਦੇ ਐਕਸ਼ਨ ਕਰਦੇ ਨੇ, ਭੌਂ ਭੌਂ ਕੇ ਧਰਤੀ ਦੇ ਉੱਤੇ ਕਈ ਤਰ੍ਹਾਂ ਦੇ ਐਕਸ਼ਨ ਕਰਦੇ। ਉਹਨਾਂ ਐਕਸ਼ਨ ਨੂੰ ਦੇਖ ਕੇ ਲੋਕ ਬੜੇ ਖੁਸ਼ ਹੁੰਦੇ ਨੇ। ਕੀਤੇ ਨੱਚੈ ਮੰਗਤੇ, ਗਿੜ ਮੁੜ ਪੂਰੈ ਤਾਲ। ਪਾਤਸ਼ਾਹ ਜੋ ਕਹਿਣਾ ਚਾਹੁੰਦੇ ਨੇ ਉਹ ਅਖੀਰ ਤੇ ਉਹਦਾ ਨਿਰਣਾ ਫੈਸਲਾ ਦੇਣਗੇ। ਇਹ ਸਾਡੀ ਜਾਣਕਾਰੀ ਲਈ ਇੱਕ ਉਸ ਵਰਣਨ ਨੂੰ ਸਾਡੇ ਸਾਹਮਣੇ ਲਿਆ ਰਹੇ ਨੇ ਜੋ ਰਾਸ ਲੀਲਾ ਕੀਤੀ ਜਾਂਦੀ ਹੈ, ਰਾਮ ਲੀਲਾ ਕੀਤੀ ਜਾਂਦੀ। ਕਹਿੰਦੇ ਬਾਜ਼ਾਰੀ ਬਾਜ਼ਾਰ ਮੈਂ ਆਏ ਕਡੈਂ ਬਾਜ਼ਾਰ। ਬਾਜ਼ਾਰੀ ਸ਼ਬਦ ਜਿਹੜਾ ਰਾਸਧਾਰੀਆਂ ਲਈ ਵਰਤਿਆ ਜਾਂਦਾ, ਜਿਹੜੇ ਆਮ ਲੋਕਾਂ ਦਾ ਧਿਆਨ ਖਿੱਚਣ ਲਈ, ਮਨੋਰੰਜਨ ਕਰਨ ਲਈ, ਜਿੱਥੇ ਵੀ ਕਿਧਰੇ ਸਟੇਜ ਬਣ ਜਾਏ ਉੱਥੇ ਉਹ ਆਪਣੀ ਰਾਸ ਪਾਉਣੀ ਸ਼ੁਰੂ ਕਰ ਦਿੰਦੇ। ਲੋਕ ਉਹਨਾਂ ਨੂੰ ਦੇਖਦੇ ਹਨ, ਪਰ ਮਹਾਰਾਜ ਕਹਿੰਦੇ ਨੇ ਇਹਨੂੰ ਭਗਤੀ ਨਹੀਂ ਸਮਝਣਾ ਚਾਹੀਦਾ। ਇਹਨੂੰ ਭਗਤੀ ਨਹੀਂ ਸਮਝਣਾ ਚਾਹੀਦਾ। ਇਹ ਭਗਤੀ ਨਹੀਂ, ਉਹਨਾਂ ਦਾ ਇੱਕ ਪ੍ਰੋਫੈਸ਼ਨ ਹੈ। ਕੀਤੇ ਨੱਚੈ ਮੰਗਤੇ, ਗਿੜ ਮੁੜ ਪੂਰੈ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕਡੈਂ ਬਾਜ਼ਾਰ। ਉਹ ਜੋ ਵੀ ਸਟੇਜ ਤੇ ਕਰਦੇ ਨੇ, ਆ ਕੇ ਰਾਸਾਂ ਪਾਉਂਦੇ ਨੇ, ਉਹ ਇੱਕ ਤਰ੍ਹਾਂ ਦਾ ਬਾਜ਼ਾਰੀ ਕੰਮ ਕਿਹਾ ਜਾ ਸਕਦਾ। ਫਿਰ ਗਾਵੇਂ ਰਾਜੇ ਰਾਣੀਆਂ, ਕੋਈ ਰਾਜਾ ਬਣ ਜਾਂਦਾ, ਕੋਈ ਰਾਣੀ ਬਣ ਜਾਂਦਾ, ਕੋਈ ਦਰਸ਼ਕ ਬਣ ਜਾਂਦਾ, ਕੋਈ ਉਹਦੀ ਪਤਨੀ ਕੁਸ਼ਲਿਆ ਕਹਿ ਕਈ ਕੋ ਬਣ ਜਾਂਦਾ।
कहने का मतलब अपना अपना रोल अदा कर। ते बोले आल पताल। आल पताल का मतलब है कई डूंघियां गल्लां वो करते हैं ਜਿਹੜੇ बचन दूजिਆਂ ਨੂੰ समझ भी नहीं आते, क्योंकि उन्होंने तो पिछों जो डायलॉग डायरैक्टर वालों मिलता है वो बोली जाते। सामने बैठिया भावें समझ आवे ते भावें ना आवे। गावें राजे राणियां, ਜਿਹੜਾ राजे का रोल कर रहा वो राजे वाली बोली बोलेगा, ਜਿਹੜੀ रानी का रोल कर रही वो रानी वाली बोलेगा। ते बोले आल पताल, जो भी उन्होंने कहा जाता वो बोलते हैं, भावें सामने बैठिया समझ आवे ते भावे ना। महाराज कहना की चाहते हैं, कहते लख टकियां के मुंदड़े, लख टकियां के हार। टका एक करंसी का रूप है, असी भी छोटे होंदियां देखे 2 पैसिਆਂ का एक टका हुंदा सी। हो सकता है कि उस वेले टके का कोई होर रूप होवे, पर लख टकियां के मुंदड़े जिहड़े उन्हां कन्नां विच वाले पाए हुंदे ने, क्योंकि उन्होंने बड़ा मेकअप करना पैंदा है। हुण जिहड़ा राजा है उहदे सिर ते मुकुट भी लाया जाएगा, ਉਹਦੇ गल ਵਿੱਚ कीमती मोतियां ਦੇ हार भी पाए जाएंगे, ਉਹਦੇ ਕੰਨਾਂ ਵਿੱਚ ਵਾੜੇ भी पाए जाएंगे, ਤੇ ਉਹਨਾਂ ਦੀ कीमत ਤੇ खर्च ਹੁੰਦੀ। लख टकियां के मुंदड़े, लख टकियां के हार। मैं देखिया रामलीला का समान बड़ा कीमत लग के बनता है। रासलीला में जो कुछ वरत्या जाता है बड़ी कीमत खर्च होती। पर महाराज की कहना चाहते हैं, जित तन पाइया नानका। लो हुण गल निचोड़ ते आ गई। नानक जी फरमांदे ने, जित तन पाइया नानका, तन दे नन्हे नूं स्यारी है। जिस शरीर दे उत्ते वो कीमती पोशाकां पाईयां जांदियां ने, जिन्हां दे कन्नां विच वाले पाए जांदे ने, जिन्हां दे गलां विच मोतियां दे हार पाए जांदे। जित तन पाइया नानका, से तन होवें छार। हुण देखो, एक तन दे नन्हे नूं स्यारी है, एक तन दा नन्ना मुक्ता है। उत्थे तन उत्ते दी गल है, शरीर उत्ते दी गल है, इत्थे तन बहुवचन है। पातशाह कहंदे भाई गल सुनो, जित तन पाइया नानका, से तन होवें छार। हुण सतगुरु निचोड़ कर दे, कहंदे ज्ञान न गलनी ढूंढी है। भाई सिर्फ इस तरह के रोल एक्शन करन नाल, इस तरह की रामलीला ते रासलीला करन दे नाल ज्ञान की प्राप्ति नहीं होती। हाँ, मनोरंजन ते किया जा सकता है। रामलीला करन वाले भी लोगों का मनोरंजन करा रहे, देखण वाले भी मनोरंजन हो रहे, पर ज्ञान की गल नहीं। महाराज कहना ये चाहते ने कि ये गल्लां दा विशा नहीं हैगा। इस तरह के रोल एक्शन करन नाल किसे नूं परमात्मा की हस्ती का ज्ञान नहीं हो जाता। ज्ञान न गलनी ढूंढी है, कथना करड़ा सार। ये अखर कई बारी गुरबाणी विच आउंदा, जिवें रोज़ असीं पढ़दे हां, जत पहारा धीरज सुनियार, ऐरन मत वेद हथियार। इहदे विच भी आउंदा नानक कथना करड़ा सार। कथना का मतलब है कथन करना, करड़ा का मतलब है औखा, सार का मतलब है लोहा फौलाद। जिवें कोई लोहे नूं नहीं चबा सकता, इस तरह ही उस असली तत्व ज्ञान का वर्णन करना गल्लां का विशा नहीं है। ज्ञान न गलनी ढूंढी है, कथना करड़ा सार। कर्म मिलै तां पाई है, होर हिकमत हुक्म खुआर। कर्म इत्थे मम्मे नूं स्यारी है,
ਜਿਹਦਾ ਅਰਥ ਹੈ ਪ੍ਰਭੂ ਦੀ ਬਖਸ਼ਿਸ਼ ਦੇ ਨਾਲ। ਦੇਖੋ ਕਰਮ ਮੰਮਾ ਮੁਕਤਾ ਵੀ ਆਉਂਦਾ ਹੈ, ਉਹ ਕਰਮਾਂ ਵਾਸਤੇ ਹੈ। ਕਰਮ ਦੇ ਮੰਮੇ ਨੂੰ ਔਂਕੜ ਵੀ ਆਉਂਦਾ ਹੈ, ਪਰ ਇੱਥੇ ਕਰਮ ਦੇ ਮੰਮੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਪ੍ਰਭੂ ਦੀ ਬਖਸ਼ਿਸ਼ ਹੋ ਜਾਏ, ਫਿਰ ਕਿਸੇ ਭਾਗਾਂ ਵਾਲੇ ਨੂੰ ਉਸ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤੇ ਬਿਨਾਂ ਉਸ ਬਖਸ਼ਿਸ਼ ਤੋਂ ਹੋਰ ਹਿਕਮਤ ਹੁਕਮ ਖੁਆਰ, ਹੋਰ ਜਿੰਨੀਆਂ ਵੀ ਚਲਾਕੀਆਂ ਹਨ ਜਾਂ ਦਿਖਾਵੇ ਹਨ, ਇਹ ਤਾਂ ਭਾਈ ਖੁਆਰ ਕਰਨ ਵਾਲੇ ਨੇ। ਇਹਨਾਂ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਮਨੋਰੰਜਨ ਹੋ ਜਾਂਦਾ। ਕੁਝ ਸਮੇਂ ਲਈ ਅਸੀਂ ਬੈਠ ਕੇ ਵਾਹ 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 ਤੇ ਕਰ ਲੈਣ। ਆਓ ਉਸ ਦੀ ਬਖਸ਼ਿਸ਼ ਮੰਗੀ। ਤੇ ਬਖਸ਼ਿਸ਼ ਕਿਵੇਂ ਹੁੰਦੀ ਹੈ? ਪਾਤਸ਼ਾਹ ਨੇ ਪੌੜੀ ਵਿੱਚ ਬੜਾ ਸੁੰਦਰ ਵਰਣਨ। ਪੌੜੀ ਨਦਰ ਕਰੈ ਜੇ ਆਪਣੀ, ਨਦਰ ਜੇ ਆਪਣੀ ਮਿਹਰ ਦੀ ਨਜ਼ਰ ਕਰਦੇ ਵਾਹਿਗੁਰੂ। ਕਿਉਂਕਿ ਨਦਰ ਅੱਖਰ ਬਾਣੀ ਵਿੱਚ ਕਈ ਜਗ੍ਹਾ ਹੁੰਦਾ। ਨਾਨਕ ਨਜ਼ਰੀ ਨਜ਼ਰ ਨਿਹਾਲ, ਨਦਰ ਕਰੇ ਜੇ ਉਹਦੀ ਮਿਹਰ ਦੀ ਨਜ਼ਰ ਹੋ ਜਾਏ ਤਾਂ ਨਜ਼ਰੀ ਸਤਿਗੁਰ ਪਾਇਆ। ਹੁਣ ਇਸ ਪੌੜੀ ਦੇ ਅੰਦਰ ਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਸ ਲਿਖਣ ਸ਼ੈਲੀ ਤੋਂ, ਉਸ ਗ੍ਰਾਮੈਟਿਕਲੀ ਵਿਆਕਰਨ ਦੇ ਪੱਖ ਤੋਂ ਦੰਗ ਰਹਿ ਜਾਂਦਾ ਵੀ ਇਸ ਪੌੜੀ ਵਿੱਚ ਸਤਿਗੁਰ ਸ਼ਬਦ ਕਿੰਨੀ ਵਾਰੀ ਆਏ। ਇੱਕ ਸਤਿਗੁਰ ਦੇ ਰਾਰੇ ਨੂੰ ਔਂਕੜ ਹੈ, ਇੱਕ ਸਤਿਗੁਰ ਦੇ ਰਾਰੇ ਨੂੰ ਸਿਆਰੀ ਹੈ, ਤੇ ਇੱਕ ਸਤਿਗੁਰ ਰਾਰਾ ਮੁਕਤਾ। ਪੜ੍ਹਿਆ ਤਿੰਨਾਂ ਨੂੰ ਸਤਿਗੁਰ ਜਾਏਗਾ। ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਿਆ ਕਰਦਾ, ਪਿਆਰਿਓ, ਜੇ ਗੁਰਬਾਣੀ ਦੇ ਅਰਥ ਸਮਝਣੇ ਨੇ ਤਾਂ ਸਾਨੂੰ ਇਹਨਾਂ ਲਗਾ ਮਾਤਰਾਂ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਹੁਣ ਪਹਿਲੀ ਪੰਕਤੀ ਵਿੱਚ ਹੈ ਨਜ਼ਰ ਕਰੈ ਜੇ ਆਪਣੀ। ਹੇ ਵਾਹਿਗੁਰੂ, ਜੇ ਤੂੰ ਆਪਣੀ ਮਿਹਰ ਦੀ ਨਜ਼ਰ ਕਰ ਦੇਵੇਂ ਤਾਂ ਨਜ਼ਰੀ ਸਤਿਗੁਰ ਪਾਇਆ। ਇੱਥੇ ਸਤਿਗੁਰ ਜਿਹੜਾ ਹੈ ਉਹ ਨਾਊਨ ਹੈ, ਪੁਲਿੰਗ ਹੈ। ਤਦੋਂ ਸਤਿਗੁਰੂ ਦਾ ਮਿਲਾਪ ਹੁੰਦਾ। ਨਜ਼ਰ ਕਰੈ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ। ਹੁਣ ਇਹਨੂੰ ਕਈ ਪ੍ਰੇਮੀ ਇਹੋ ਬੋਲਦੇ ਨੇ। ਮੈਂ ਬੇਨਤੀ ਕਰਦਾ ਕਿ ਗੁਰਬਾਣੀ ਵਿੱਚ ਇਹੋ ਵੀ ਹੈ, ਪਰ ਉਹਦੇ ਸਪੈਲਿੰਗ ਨੇ ਈੜੀ ਨੂੰ ਏ ਲਾਵਾਂ, ਹਾਹੇ ਨੂੰ ਹੋ ਹੋੜਾ। ਉਹਨੂੰ ਅਸੀਂ ਵੀ ਇਹੋ ਬੋਲਦੇ। ਧਰਮ ਖੰਡ ਕਾ ਇਹੋ ਧਰਮ, ਪਰ ਇਹਨੂੰ ਇਹੋ ਨਹੀਂ ਬੋਲਣਾ। ਇਹ ਜੀਓ ਬਹੁਤੇ ਜਨਮ ਭਰਮਿਆ। ਇਹ ਜੀਵ ਕਈ ਜੁਨੀਆਂ ਵਿੱਚ ਕਈ ਜਨਮ ਲੈ ਕੇ ਭਰਮ ਦਾ ਭਟਕਦਾ ਰਿਹਾ, ਤਾਂ ਸਤਿਗੁਰ ਸ਼ਬਦ ਸੁਣਾਇਆ। ਹੁਣ ਜਦੋਂ ਇਹਨੂੰ ਮਨੁੱਖਾ ਜਨਮ ਮਿਲਿਆ ਹੈ ਤੇ ਉਹਦੀ ਕਿਰਪਾ, ਉਹੀ ਕਿਰਪਾ ਕਰਕੇ ਮਨੁੱਖਾ ਜਨਮ ਬਖਸ਼ਣ ਵਾਲਾ ਹੈ, ਤਾਂ ਸਤਿਗੁਰ ਸ਼ਬਦ ਸੁਣਾਇਆ। ਦੇਖੋ, ਕਿਸੇ 84 ਲੱਖ ਜੂਨੀ ਵਿੱਚੋਂ ਮਨੁੱਖ ਤੋਂ ਬਿਨਾਂ ਹੋਰ ਕਿਸੇ ਜੂਨੀ ਨੂੰ ਉਪਦੇਸ਼ ਨਹੀਂ ਕੀਤਾ ਜਾ ਸਕਦਾ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਜਦੋਂ ਇਹਨੂੰ ਮਨੁੱਖਾ ਜਨਮ ਮਿਲਿਆ, ਫਿਰ ਸਤਿਗੁਰੂ ਨੇ ਸ਼ਬਦ ਸੁਣਾਏ, ਭਾਵ ਉਪਦੇਸ਼ ਕੀਤਾ। ਹੁਣ ਇੱਥੇ ਸਤਿਗੁਰ ਦੇ ਰਾਰੇ ਨੂੰ ਸਿਆਰੀ ਹੈ। ਉੱਪਰ ਜਿਹੜਾ ਸਤਿਗੁਰ ਸੀ ਰਾਰੇ ਨੂੰ ਔਂਕੜ ਸੀ, ਤਾਂ ਸਿਆਰੀ ਲੱਗਣ ਨਾਲ ਕੀ ਹੋ ਗਿਆ? ਸਤਿਗੁਰੂ ਨੇ ਇਹਨੂੰ ਉਪਦੇਸ਼ ਕੀਤਾ। ਸਤਿਗੁਰ ਜੇਵੜ ਦਾਤਾ ਕੋ ਨਹੀਂ। ਹੁਣ ਇੱਥੇ ਸਤਿਗੁਰ ਦਾ ਰਾਰਾ ਮੁਕਤਾ, ਕਿਉਂਕਿ ਨਾਲ ਜੇਵੜ ਆ ਗਿਆ। ਜੇਵੜ ਦੇ ਡੱਡੇ ਨੂੰ ਔਂਕੜ ਹੈ। ਜੇਵੜ ਦਾ ਮਤਲਬ ਹੈ ਜਿੱਡਾ ਵੱਡਾ। ਸਤਿਗੁਰੂ ਜਿੱਡਾ ਵੱਡਾ ਕੋਈ ਦਾਤਾ ਨਹੀਂ। ਦੇਖੋ, ਕੋਈ ਕਿਸੇ ਨੂੰ ਪੈਸੇ ਦੇ ਸਕਦਾ, ਰੋਟੀ ਖਵਾ ਸਕਦਾ, ਕੱਪੜੇ ਪਵਾ ਸਕਦਾ, ਪਰ ਇਹ ਜਿਹੜਾ ਗਿਆਨ ਦਾ ਉਪਦੇਸ਼ ਹੈ, ਇਹ ਸਤਿਗੁਰੂ ਤੋਂ ਬਿਨਾਂ ਹੋਰ ਕਿਧਰੇ ਨਹੀਂ ਮਿਲਦਾ। ਸਤਿਗੁਰ ਜੇਵੜ ਦਾਤਾ ਕੋ ਨਹੀਂ। ਦਾਤਾ ਦਾ ਮਤਲਬ ਹੈ ਦੇਣ ਵਾਲਾ।
ਤੇ ਉਹ ਦਾਤਾ ਜਿਸ ਨੂੰ ਕੋਈ ਸਵਾਰਥ ਨਹੀਂ, ਕੋਈ ਤਮਾ ਨਹੀਂ ਹੈ। ਸਭ ਸੁਣਿਓ ਲੋਕ ਸਭਾਇਆ, हे ਸਾਰੇ ਲੋਕੋ ਕੰਨ ਖੋਲ ਕੇ ਸੁਣ ਲਓ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ। ਹੁਣ ਫਿਰ ਸਤਿਗੁਰ ਦੇ ਲਾਰੇ ਨੂੰ ਸਿਆਰੀ, ਸਤਿਗੁਰੂ ਦੇ ਮਿਲਣ ਕਰਕੇ ਸੱਚ ਪਾਇਆ, ਸੱਚ ਦੀ ਸੋਝੀ ਹੋਈ। ਪਰ ਸੱਚ ਦੀ ਸੋਝੀ ਕਿਹਨਾਂ ਨੂੰ ਹੋਈ? ਸਾਰਿਆਂ ਨੂੰ ਨਹੀਂ ਹੁੰਦੀ। ਜਿਨੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਤਿਆਗ ਕੇ ਗੁਰੂ ਦੇ ਬਚਨਾਂ ਨੂੰ ਮੰਨਿਆ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ। ਜਿਨ ਸੱਚੋ ਸੱਚ ਬੁਝਾਇਆ, ਜਿਸ ਗੁਰੂ ਨੇ ਕਿਰਪਾ ਕਰਕੇ ਸੱਚੋ ਸੱਚ ਬੁਝਾਏ, ਉਹ ਪਰਮਾਤਮਾ ਜੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹਦੀ ਸਮਝ ਆ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।